ਕਾਬਲੋਕ YouTube ਚੈਨਲ ਦੇ ਬੁੱਕ ਰਿਵਿਊ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਇਸ ਸੈਗਮੈਂਟ ਵਿੱਚ ਅਸੀਂ ਹਰ ਵਾਰ ਇੱਕ ਕਿਤਾਬ ਨਾਲ ਤੁਹਾਡੀ ਜਾਣ ਪਛਾਣ ਕਰਵਾਉਂਦੇ ਹਾਂ ਤੇ ਇਸ ਵਾਰੀ ਜਿਸ ਕਿਤਾਬ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਵਾ ਰਹੇ ਹਾਂ ਇਹ ਕਿਤਾਬ ਹੈ ਅਮੋਲਕ ਸਿੰਘ ਹੋਰਾਂ ਵੱਲੋਂ ਸੰਪਾਦਿਤ ਕੀਤੀ ਹੋਈ ਕਿਤਾਬ ਕਿੱਥੇ ਹੈ ਰਾਤ ਦਾ ਚੰਨ। ਇਹਨਾਂ ਕਵਿਤਾਵਾਂ ਨੂੰ ਅਮੋਲਕ ਸਿੰਘ ਹੋਰਾਂ ਨੇ ਨੰਗੇ ਪੈਰ ਤੁਰੀਆਂ ਕਵਿਤਾਵਾਂ ਦੀ ਸੰਗਿਆ ਦਿੱਤੀ ਹੈ। ਨੰਗੇ ਪੈਰ ਤੁਰੀਆਂ ਕਵਿਤਾਵਾਂ ਦੀ ਸੰਗਿਆ ਦਿੰਦਿਆਂ ਉਹਨਾਂ ਨੇ ਇਹ ਕਿਤਾਬ ਉਹਨਾਂ ਲੋਕਾਂ ਨੂੰ ਸਮਰਪਿਤ ਕੀਤੀ ਹੈ ਜਿਨ੍ਹਾਂ ਤੋਂ ਬਿਨਾਂ ਦੇਸ਼ ਨਹੀਂ ਤੁਰਦਾ, ਪਰ ਦੇਸ਼ ਉਹਨਾਂ ਦੇ ਨਾਲ ਨਹੀਂ ਤੁਰਿਆ। ਪਿਛਲੇ ਸਮੇਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ, ਇਸ ਸਰਕਾਰ ਦੀ ਪਾਰੀ ਜਿਹੜੀ ਮਈ 2019 ਤੋਂ ਸ਼ੁਰੂ ਹੋਈ, ਉਹਨੇ ਤਾਬੜਤੋੜ ਜਿਵੇਂ ਇਸ ਦੇਸ਼ ਦੀ ਲੁਕਾਈ ਉੱਤੇ ਇੱਕ ਤੋਂ ਬਾਅਦ ਦੂਸਰਾ ਜ਼ੁਲਮ ਢਾਉਣ ਦਾ ਯਤਨ ਕੀਤਾ ਔਰ ਇੱਕ ਤੋਂ ਬਾਅਦ ਦੂਸਰਾ ਕਾਨੂੰਨ ਬਣਾ ਕੇ ਜਿਵੇਂ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਦੁੱਭਰ ਕਰਨ ਦਾ ਯਤਨ ਕੀਤਾ, ਜਿਵੇਂ ਜਿਹੜਾ ਉਹ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਪਿਛਲੇ ਹੀ ਸਮੇਂ ਦੇ ਵਿੱਚ ਕਿਸਾਨੀ ਦੇ ਜੀਵਨ ਨੂੰ ਖਤਮ ਕਰਨ ਦਾ ਯਤਨ ਕੀਤਾ, ਜਿਵੇਂ ਕਸ਼ਮੀਰ ਤੋਂ ਉਹਦੇ ਸੂਬਾ ਹੋਣ ਦਾ ਦਰਜਾ ਖੋਹ ਕੇ ਔਰ ਧਾਰਾ 370 ਤੇ 35A ਖਤਮ ਕਰਕੇ ਜਿਹੜਾ ਉਹ ਉਹਨਾਂ ਦੇ ਅਧਿਕਾਰਾਂ ਉੱਤੇ ਸੱਟ ਮਾਰੀ। ਇਸੇ ਤਰ੍ਹਾਂ ਜਿਹੜਾ ਕਰੋਨਾ ਕਾਲ ਦਾ ਫਾਇਦਾ ਉਠਾ ਕੇ ਹੋਰ ਬਹੁਤ ਸਾਰੇ ਅਜਿਹੇ ਕਾਨੂੰਨ ਬਣਾਉਣ ਦਾ ਯਤਨ ਕੀਤਾ ਗਿਆ ਔਰ ਬਣਾਏ ਵੀ ਗਏ, ਜਿਹਦੇ ਨਾਲ ਇਸ ਦੇਸ਼ ਦੇ ਜਮਹੂਰੀ ਢਾਂਚੇ ਨੂੰ ਜਿਹੜਾ ਉਹ ਇੱਕ ਤਰ੍ਹਾਂ ਨਾਲ ਘਾਟੇ ਹੇਠ ਲੈ ਆਂਦਾ ਔਰ ਬਹੁਤ ਹੀ ਜਿਹੜਾ ਉਹ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਜਾਗਿਆ। ਅਤੇ ਇਹ ਕਵਿਤਾਵਾਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਅਮੋਲਕ ਸਿੰਘ ਹੋਰਾਂ ਨੇ ਇਕੱਠੀਆਂ ਕੀਤੀਆਂ, ਉਹ ਕਵਿਤਾਵਾਂ ਇਹੋ ਜਿਹੀ ਸਥਿਤੀ ਦੇ ਵਿੱਚ ਵਿਰੋਧ ਅਤੇ ਪ੍ਰਤੀਰੋਧ ਦੀਆਂ ਕਵਿਤਾਵਾਂ ਨੇ। 100 ਦੇ ਆਸ-ਪਾਸ ਲੇਖਕਾਂ ਦੀਆਂ ਲਿਖੀਆਂ ਗਈਆਂ ਕਵਿਤਾਵਾਂ ਪਿਛਲੇ ਕੁਝ ਸਮੇਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਿਵੇਂ ਜਿਹੜਾ ਉਹਨਾਂ ਦਾ ਅੰਕਣ ਕਰਦੀਆਂ, ਉਹ ਇਸ ਕਿਤਾਬ ਨੂੰ ਜਿਹੜਾ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਕਵੀ ਕਿਵੇਂ ਸੋਚਦੇ ਨੇ ਔਰ ਤਾਜ਼ਾ ਸਥਿਤੀ ਉੱਤੇ ਕਿਸ ਤਰ੍ਹਾਂ ਆਪਣਾ ਵਿਰੋਧ ਪ੍ਰਗਟ ਕਰਦੇ ਨੇ ਔਰ ਕਿਸ ਤਰ੍ਹਾਂ ਸਾਹਿਤ ਦਾ ਜੋ ਅਸਲੀ ਰੂਪ ਹੁੰਦਾ, ਸਾਹਿਤ ਦਾ ਜੋ ਅਸਲੀ ਪ੍ਰਕਾਰਜ ਹੁੰਦਾ ਅਤੇ ਕਵਿਤਾ ਦੀ ਜੋ ਅਸਲ ਦੇ ਵਿੱਚ ਰਸਾਈ ਹੋਣੀ ਚਾਹੀਦੀ ਹੈ ਉਹ ਕੀ ਹੁੰਦੀ ਹੈ, ਉਹ ਇਹਨਾਂ ਕਵਿਤਾਵਾਂ ਨੂੰ ਪੜ੍ਹ ਕੇ ਜ਼ਰੂਰ ਪਤਾ ਲੱਗਦਾ ਹੈ। ਜਦੋਂ ਤੁਸੀਂ ਇਹਨਾਂ ਕਵਿਤਾਵਾਂ ਦਾ ਪਾਠ ਸ਼ੁਰੂ ਕਰਦੇ ਹੋ, ਮੈਂ ਪਹਿਲੀ ਕਵਿਤਾ ਜਿਹੜੀ ਅੰਸ਼ੂ ਬਾਲਵੀਆ ਦੀ ਕਵਿਤਾ ਆ, ਹਾਲਾਂਕਿ ਪੰਜਾਬੀ ਕਵਿਤਾ ਨਹੀਂ ਹੈ ਲੇਕਿਨ ਦੇਸ਼ ਦੀ ਸਥਿਤੀ ਨੂੰ ਬਹੁਤ ਅੱਛੀ ਤਰ੍ਹਾਂ ਬਿਆਨ ਕਰਦੀ ਹੈ ਕਿਸ ਤਰ੍ਹਾਂ ਦੀ ਹਾਲਤ ਹੈ ਇਸ ਵੇਲੇ। कविता शुरू होती है, सब कुछ ठीक है अम्मा, सब कुछ ठीक है अम्मा, सलाखों की छाया तुम्हारे पेट पर देखी है मैंने और सुनी है तुम्हारे दिल की थरथराहट कोख के पानी में। सब कुछ ठीक है अम्मा, तुम जेल की कोठड़ी में हो और मैं तुम्हारी कोख में, तुम जेल की कोठड़ी में हो और मैं तुम्हारी कोख में, तुम अपने वतन में हो मैं अपने वतन में, सलाखों में रिश्ती धूप, सलाखों से रिश्ती धूप, रोशन धान से झांकती चांदनी तुम्हारी धड़कन में सींच कर पहुँचती है मेरे पास। सब कुछ ठीक है अम्मा। अंशु मालवीया की इस कविता नाल शुरू होंदी एक किताब जिहड़ी है ਉਹਦੇ ਵਿੱਚ ਜਿਹੜੀਆਂ ਕਵਿਤਾਵਾਂ ਅੰਕਿਤ ਕੀਤੀਆਂ ਗਈਆਂ, ਉਹਦੇ ਵਿੱਚ ਜਿਸ ਕਿਤਾਬ ਤੋਂ ਜਿਸ ਕਵਿਤਾ ਤੋਂ ਇਸ ਕਿਤਾਬ ਦਾ ਸਿਰਲੇਖ ਹੁੰਦਾ ਹੈ ਉਹ ਕਵਿਤਾ ਹੈ ਸਵਰਾਜ ਵੀਰ ਹੋਰਾਂ ਦੀ ਕਵਿਤਾ। ਸਵਰਾਜ ਵੀਰ ਦੀ ਕਵਿਤਾ ਕਿੱਥੇ ਹੈ ਅੱਜ ਦੀ ਰਾਤ ਦਾ ਚੰਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜੋ ਪਿਛਲੇ ਸਾਲ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਸੀ ਉਹਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਕਵਿਤਾ ਹੈ। ਅਤੇ ਨਾਲ ਹੀ ਇਹ ਟਾਈਟਲ ਜਿੱਥੋਂ ਆ ਰਿਹਾ ਉਹ ਆ ਰਿਹਾ ਪੌਣੀ ਸਦੀ ਪਹਿਲਾਂ ਨਾਜ਼ੀਆਂ ਦੇ ਜ਼ੁਲਮ ਵੇਲੇ, ਜਦੋਂ ਜਿਹੜਾ ਉਸ ਰਾਤ ਨੂੰ ਜਿਹੜਾ ਉਹ ਲੰਬੇ ਚੱਕਵਾਂ ਦੀ ਰਾਤ ਕਿਹਾ ਗਿਆ ਸੀ। ਅਤੇ ਸਵਰਾਜ ਵੀਰ
ਹੋਰਾਂ ने इत्थों ही अपनी कविता शुरू की है, जिहड़ी इस किताब दे विच अंकित है। आ गई लंबे चाकुआं वाली रात फिर, याद आ गई वो पुरानी बात फिर। वो आ गए ने, वो आ गए ने, ज्यों राजे क्यों राजे दे शीं, क्यों मुकद्दम अजे भी ने कुत्ते। क्यों राजे ने शीं, क्यों मुकद्दम अजे भी कुत्ते। कित्थे ने मेरे बचड़े अज, लोक मेरे अजे भी क्यों ने सुते। लोक मेरे अजे भी क्यों ने सुते। ये कोई दुल्ला बने इस लोहड़ी दी रुत्ते। कित्थे है अज दी रात दा चंद, सितारे लुके ने कित्थे। वो आ गए ने, वो आ गए ने। इस तरह ये कवितावां सारियां कवितावां विचों कोई भी कविता जिहड़ी है वो जिहड़े मर्जी पेज तो आपां कढ लईए, वो कविता अज की स्थिति का भरपूर बयान करती हुई अज की स्थिति के उत्ते गहरी चोट करती है। तो कविता है सुरजीत पात्र होरां दी, सानू तंग बहुत करदा तू, सानू तंग बहुत करदा तू, सानू तंग बहुत करदा तू। तर्क अते तकरार दे नाल असीं विचारे कट नहीं सकते, कोई विचार विचार दे नाल। आखिर हार के तेरे सिर दा मुੱਲ असीं पा दिता है। साडी गल हो गई है राती एक कातल खूंखार दे नाल। साडी गल हो गई है राती एक कातल खूंखार दे नाल। की होया जे तेरी गल नूं गल दे नाल नहीं कट सकते, गल तां कट ही सकते हैं ना तिखी तेज कटार दे नाल। विचारां नूं विचारां नाल भिड़न देना जिहड़ा वो अज दा मसला नहीं रहा। विचारां नूं खूंखार तलवार नाल कटार नाल कटना जिहड़ा वो अज दा जिहड़ा वो अमल बनता जा रहा। इहदे उत्ते बहुत तिखा वार करते हैं सुरजीत पात्र। इस तरह अमोलक होरां दी अपनी एक कविता इस किताब में शामिल है, प्रतीकात्मक कविता। उन्होंने इसका सिरलेख रखा वायरस। इस वायरस के लक्षण चाले भगवे बस्तर दिल दे काले। इस वायरस ने चानण खा लै बुद्धिजीवी कलमां वाले। ये दलतां नूं कुट्टे मारे सिख मुस्लिम नूं जिंदा साड़े। जंगल ते कश्मीर खा लिया वायरस कर कर सोग पा गया। वायरस दिल्ली बोले हल्ले अन्ने बोले हाकम दल्ले। जो लोकां दी करदे राखी भगत सिंह इशफाक दे साथी। देश धरोई सच नूं कहिंदे वायरस विच दरबारे रहिंदे। वायरस वायरस शोर मचाया वायरस मुक्कड़ विच लकाया। वायरस नूं जिहड़ा वो अज की स्थिति दे नाल प्रतीकात्मक तौर पर जिहड़ा उहनूं एक वक्री जिहड़ी है वो तरह बयान करके अमोलक सिंह होरां ने बहुत ही जिहड़ा वो काव्यबोध जिहड़ा और कविता का मुੱਲ जिहड़ा उहनूं सिरजण का यतन किया। इस तरह इस किताब दीयां सारियां कवितावां जिहड़ियां वो अज की स्थिति के उत्ते गहरी चोट करदियां। मैं ये तर्क भारती पब्लिकेशन ने इस किताब को छापिया और इसका मुੱਲ 300 रुपए रखा। तो मैं ये समझदा कि हर पाठक को हर पंजाबी प्यारे को ये किताब जरूर पढ़नी चाहिए है। तो अगली बार नवी किताब नाल फिर हाज़र होवांगे। धन्यवाद।